ਆਉਣ ਵਾਲੀ 2022 ਦੀ ਇਲੈਕਸ਼ਨ ਦੇ ਵਿੱਚ ਨਾ ਚਿੱਟਾ, ਨਾ ਕਿਸੇ ਤਰ੍ਹਾਂ ਦਾ ਨਸ਼ਾ, ਨਾ ਸ਼ਰਾਬ, ਨਾ ਵੰਡਾਂਗੇ, ਨਾ ਵੰਡਣ ਦਿਆਂਗੇ। ਤੁਹਾਡੇ ਮਾਧਿਅਮ ਰਾਹੀਂ ਰਾਣਾ ਗੁਰਜੀਤ ਸਿੰਘ ਕੋਲੋਂ ਇਹ ਸਵਾਲ ਕੁਝ ਪੁੱਛਣਾ ਚਾਹੁੰਦਾ। ਜਦੋਂ ਕਾਂਗਰਸ ਦਾ ਮੈਨੀਫੈਸਟੋ ਜਾਰੀ ਹੋਇਆ ਸੀ, ਜਿਸ ਮੈਨੀਫੈਸਟੋ ਨੂੰ ਦਿਖਾ ਕੇ ਰਾਣਾ ਗੁਰਜੀਤ ਸਿੰਘ 28,000 ਦੀ ਵੱਡੀ ਲੀਡ ਤੇ ਜਿੱਤੇ ਸੀ, ਕੀ ਉਹ ਮੈਨੀਫੈਸਟੋ ਪੂਰਾ ਹੋਇਆ? ਅੱਜ ਰਾਣਾ ਗੁਰਜੀਤ ਦੀ ਮਰਜ਼ੀ ਦੇ ਨਾਲ ਐਸਐਚਓ ਲੱਗਦਾ, ਗੁਰਜੀਤ ਰਾਣਾ ਦੀ ਮਰਜ਼ੀ ਨਾਲ ਡੀਐਸਪੀ ਲੱਗਦਾ, ਉਹਨਾਂ ਦੀ ਮਰਜ਼ੀ ਦੀ ਰეკਮੈਂਡੇਸ਼ਨ ਨਾਲ ਡੀਸੀ ਤੇ ਐਸਐਸਪੀ ਲੱਗਦਾ। ਇੰਨੀ ਤਾਕਤ ਹੁੰਦਿਆਂ ਸੁੰਦਿਆਂ ਡਿਲੀਵਰੀ ਕੀ ਆ? ਡਿਲੀਵਰੀ ਜ਼ੀਰੋ। ਸ਼ਰਾਬ ਮਾਫੀਆ ਸ਼ਰੇਆਮ ਚੱਲ ਰਿਹਾ, ਚਿੱਟਾ ਮਾਫੀਆ ਸ਼ਰੇਆਮ ਚੱਲ ਰਿਹਾ, ਦੜਾ ਸੱਟਾ ਲੋਟਰੀ ਦਾ ਕੰਮ 2 ਨੰਬਰ ਦਾ ਸ਼ਰੇਆਮ ਚੱਲ ਰਿਹਾ। ਰਾਣਾ ਸਾਹਿਬ ਕਰ ਕੀ ਰਹੇ ਹੋ? ਵਿਰਾਸਤੀ ਸ਼ਹਿਰ ਆ ਕਪੂਰਥਲਾ, ਪੰਜਾਬ ਦੇ ਵਿੱਚ ਇੱਕ ਨਾਮ ਆ ਕਪੂਰਥਲੇ ਦਾ, ਬਣਾਇਆ ਕੀ ਕਪੂਰਥਲੇ ਦਾ ਤੁਸੀਂ? ਗੁਰੂ ਮਹਾਰਾਜ ਕਰਨ 2022 ਦੀ ਵੈਸੇ ਤਾਂ ਲਗਭਗ ਕਲੀਅਰ ਹੀ ਆ, ਕਹਿ ਲਓ 99% ਕਲੀਅਰ ਆ, 1% ਅਨਾਉਂਸਮੈਂਟ ਹੋਣੀ ਬਾਕੀ ਆ। ਇਲੈਕਸ਼ਨ ਲੜਨ ਦਾ ਮੌਕਾ ਮੈਨੂੰ ਮਿਲੇ ਫਿਰ ਮੈਂ ਰਾਣਾ ਜੀ ਤੁਹਾਨੂੰ ਦੱਸੂਗਾ ਇਲੈਕਸ਼ਨ ਤੁਸੀਂ ਕਿਵੇਂ ਲੜਨੀ ਹੈ ਤੇ ਮੈਂ ਕਿਵੇਂ ਲੜਨੀ। ਜਦੋਂ ਮਰਜ਼ੀ ਡਿਬੇਟ ਇੱਕ ਰੱਖ ਲਈ ਜਾਵੇ। ਤੁਸੀਂ ਸਾਰੇ ਡੈਮੋਕ੍ਰੇਸੀ ਦਾ ਸਟਰੋਂਗੈਸਟ ਪਿਲਰ ਹੋ, ਦੇਸ਼ ਤੁਹਾਡੇ ਆਸਰੇ ਖੜਾ, ਪ੍ਰੈਸ ਵਾਲਿਆਂ ਦੇ ਆਸਰੇ। ਮੈਂ ਵੀ ਆਉਂਗਾ, ਰਾਣਾ ਜੀ ਵੀ ਆਣ, ਮੈਂ ਉਹਨਾਂ ਕੋਲ ਸਵਾਲ ਪੁੱਛੂੰਗਾ, ਮੇਰੇ ਸਵਾਲ ਦੇ ਜਵਾਬ ਦੇਣ। ਬੀਤੇ ਦਿਨੀ ਅਕਾਲੀ ਦਲ ਦੇ ਟ੍ਰੇਡ ਐਂਡ ਇੰਡਸਟਰੀ ਵਿੰਗ ਪੰਜਾਬ ਦੇ ਜਨਰਲ ਸਕੱਤਰ ਐਚ.ਐਸ. ਵਾਲੀਆ ਵੱਲੋਂ ਕਪੂਰਥਲਾ ਦੇ ਇੱਕ ਨਿੱਜੀ ਹੋਟਲ ਵਿੱਚ ਪਹਿਲੀ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਵਿੱਚ ਉਹਨਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹਲਕਾ ਵਿਧਾਇਕ ਕਪੂਰਥਲਾ ਦੇ ਪਿਛਲੇ ਕਾਰਜਕਾਲ ਤੇ ਕਈ ਸਵਾਲ ਖੜੇ ਕੀਤੇ ਹਨ। ਉਹ ਸਵਾਲ ਕੀ ਹਨ, ਆਓ ਸੁਣਦੇ ਹਾਂ ਜਨਰਲ ਸਕੱਤਰ ਐਚ.ਐਸ. ਵਾਲੀਆ ਦੀ ਜ਼ੁਬਾਨੀ। ਧੰਨਵਾਦੀਆਂ ਤੁਹਾਡਾ ਸਾਰਿਆਂ ਦਾ। ਤੁਸੀਂ ਇੱਕ ਸਟਰੋਂਗ ਪਿਲਰ ਹੋ ਡੈਮੋਕ੍ਰੇਸੀ ਦੇ ਵਿੱਚ। ਤੁਸੀਂ ਮੇਰੇ ਇੱਕ ਨਿੱਕੇ ਜਿਹੇ ਸੱਦੇ ਤੇ ਅੱਜ ਕਪੂਰਥਲੇ 'ਚ ਪੋਲੀਟੀਕਲੀ ਮੇਰੀ ਪਹਿਲੀ ਪ੍ਰੈਸ ਕਾਨਫਰੰਸ ਹੋ ਰਹੀ ਹੈ, ਤੁਸੀਂ ਉਹਨੂੰ ਕਵਰ ਕਰ ਰਹੇ ਹੋ, ਤੁਹਾਡਾ ਬਹੁਤ ਬਹੁਤ ਸਤਿਕਾਰ। ਮੈਂ 1 ਮਿੰਟ ਦੇ ਵਿੱਚ ਆਪਣੇ ਇਸ਼ੂ ਸ਼ੁਰੂ ਕਰਨ ਤੋਂ ਪਹਿਲਾਂ ਸਾਰੀ ਇੰਟਰੋਡਕਸ਼ਨ ਦੇ ਦੇਵਾਂ। ਮੇਰੇ ਰਾਈਟ ਸਾਈਡ ਕਾਉਂਸਲਰ ਦੀ ਇਲੈਕਸ਼ਨ ਲੜ ਚੁੱਕੇ ਮੇਰੇ ਕਜ਼ਨ ਬ੍ਰਦਰ ਪਰਮਿੰਦਰ ਸਿੰਘ ਬੋਵੀ ਵਾਲੀਆ, ਮੇਰੇ ਚਾਚਾ ਜੀ ਜਿਨ੍ਹਾਂ ਨੂੰ ਕੋਈ ਇੰਟਰੋਡਕਸ਼ਨ ਦੀ ਲੋੜ ਨਹੀਂ, 4-5 ਵਾਰੀ ਕਾਉਂਸਲਰ ਰਹਿ ਚੁੱਕੇ ਆ, ਹਰਬੰਸ ਸਿੰਘ ਜੀ ਵਾਲੀਆ, ਜਥੇਦਾਰ ਕਰਨੈਲ ਸਿੰਘ ਜੀ ਕਾਂਜਲੀ ਸਾਹਿਬ, ਸਾਡੇ ਜਥੇਦਾਰ ਜਸਵੰਤ ਸਿੰਘ ਜੀ, ਜਸਬੀਰ ਸਿੰਘ ਜੀ ਕਾਂਜਲੀ ਸਾਹਿਬ ਐਕਸ ਸਰਪੰਚ, ਹੋਰ ਪੰਚ ਸਰਪੰਚ ਸਾਰੇ, ਸਾਡੇ ਜਥੇਦਾਰ ਜਸਵਿੰਦਰ ਸਿੰਘ ਜੀ ਲੰਬੜਦਾਰ ਸਾਹਿਬ, ਔਰ ਮੇਰੇ ਲੈਫਟ ਸਾਈਡ ਰਾਕੇਸ਼ ਗੁਪਤਾ ਜੀ ਕਾਉਂਸਲਰ ਦੀ ਇਲੈਕਸ਼ਨ ਲੜ ਚੁੱਕੇ ਔਰ ਪੋਲੀਟੀਕਲ ਐਡਵਾਈਜ਼ਰ ਕਪੂਰਥਲਾ ਕਮੇਟੀ ਦੇ, ਹਰੀਸ਼ ਜੀ ਮੌਜੂਦਾ ਕਾਉਂਸਲਰ ਹੈ, ਸੋਹਣ ਲਾਲ ਜੀ ਕਾਉਂਸਲਰ ਦੀ ਇਲੈਕਸ਼ਨ ਲੜ ਚੁੱਕੇ ਆ, ਨੀਰਜ ਸ਼ਰਮਾ ਜੀ ਕਾਉਂਸਲਰ ਦੀ ਇਲੈਕਸ਼ਨ ਕੈਂਡੀਡੇਟ ਰਹੇ ਆ, ਸਤਪਾਲ ਜੀ ਜਿਨ੍ਹਾਂ ਨਾਲ ਬੜਾ ਹੀ ਟ੍ਰੈਜੇਡੀਕਲ ਸੀਨ ਵੀ ਹੋਇਆ ਜਦੋਂ ਇਹਨਾਂ ਨੇ ਇਲੈਕਸ਼ਨ ਲੜੀ ਕਾਉਂਸਲਰ ਦੀ, ਇਹਨਾਂ ਦੀ ਟਾਈ ਹੋ ਗਈ ਸੀ, ਪੂਰੀਆਂ ਵੋਟਾਂ ਜਿੰਨੀਆਂ ਵੋਟਾਂ ਕਾਂਗਰਸ ਦੇ ਕੈਂਡੀਡੇਟ ਨੂੰ ਸੀ ਉਨੀਆਂ ਇਹਨਾਂ ਨੂੰ ਸੀ, ਤੇ ਪਰ ਵਿਚਾਰਿਆਂ ਨਾਲ ਧੱਕਾ ਹੋਇਆ ਕਿ ਟੌਸ ਤੋਂ ਬਿਨਾਂ ਹੀ ਇਹਨਾਂ ਨੂੰ ਹਾਰਿਆ ਘੋਸ਼ਿਤ ਕਰਦਾ ਗਿਆ। ਨੀਰਜ ਸ਼ਰਮਾ, ਗੋਪਾਲ ਜੀ, ਸੋਹਣ ਜੀ, ਮਲਕੀਤ ਸਿੰਘ ਜੀ ਜਿਹੜੇ ਕਾਉਂਸਲਰ ਲੜੇ ਸੀ ਮੇਅਰ ਦੇ ਖਿਲਾਫ, ਉਹ ਆ ਨਹੀਂ ਸਕੇ, ਉਹਨਾਂ ਦੇ ਬਿਹਾਫ ਤੇ ਉਹਨਾਂ ਦੇ ਦੋਨੋਂ ਬੇਟੇ ਹਾਜ਼ਰੀ ਭਰ ਰਹੇ ਆ। ਬੇਟੇ ਆਪਣਾ ਨਾਮ ਦੱਸ ਦਿਓ। ਹਰਪ੍ਰੀਤ ਹੈਪੀ ਜਿਹੜੇ ਕਾਉਂਸਲਰ ਦੀ ਇਲੈਕਸ਼ਨ ਲੜੇ ਆ, ਓਂਕਾਰ ਅਰੋੜਾ ਜੀ, ਜਸਪਾਲ ਮੇਰਾ ਭਰਾ ਕਾਉਂਸਲਰ ਦੀ ਇਲੈਕਸ਼ਨ ਲੜਿਆ, ਮੇਰੇ ਅੰਕਲ ਅਨਿਲ ਕੁਮਾਰ ਓਮ ਜੀ ਜਿਨ੍ਹਾਂ ਦਾ ਹਿੰਦੂ ਕਮਿਊਨਿਟੀ ਦੇ ਵਿੱਚ ਔਰ ਬੜਾ ਨਾਮ ਹੈ ਇਹਨਾਂ ਦਾ ਕਪੂਰਥਲਾ ਦੇ ਵਿੱਚ, ਸ਼ਰਾਫਤ 'ਚ ਵੀ ਔਰ ਹਿੰਦੂ ਕਮਿਊਨਿਟੀ ਵਿੱਚ, ਔਰ ਹੋਰ ਵੀ ਕੁਝ ਮੇਰੇ ਵੀਰ ਆ ਰਹੇ ਆ ਰਸਤੇ ਦੇ ਵਿੱਚ, ਤਕਰੀਬਨ 7-8 ਜਣੇ ਰਸਤੇ ਦੇ ਵਿੱਚ ਆ ਰਹੇ ਆ। ਹੁਣ ਆਪਾਂ ਇਸ਼ੂ ਸ਼ੁਰੂ ਕਰਦੇ ਹਾਂ ਜੀ। ਅੱਜ ਦੀ ਇਹ ਮੇਰੀ ਪ੍ਰੈਸ ਕਾਨਫਰੰਸ ਜਿੱਥੇ ਮੈਂ ਆਪਣੀ ਟੀਮ ਵੱਲੋਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ, ਜੀ ਆਇਆਂ ਕਹਿੰਦਾ, ਉੱਥੇ ਮੈਂ ਤੁਹਾਡੇ ਮਾਧਿਅਮ ਰਾਹੀਂ ਕਪੂਰਥਲਾ ਦੇ ਐਮਐਲਏ, ਪਿਛਲੇ ਲੰਬੇ ਸਮੇਂ ਤੋਂ ਜਿੱਤਦੇ ਆ ਰਹੇ ਐਮਐਲਏ ਰਾਣਾ ਗੁਰਜੀਤ ਸਿੰਘ ਔਰ ਮੌਜੂਦਾ ਸਰਕਾਰ ਕੈਪਟਨ ਅਮਰਿੰਦਰ ਸਿੰਘ को कुछ सवाल पूछना चाहना। जिथे मैं सवाल पूछूंगा उत्थे मैं अज तुहाडे नाल कुछ वादे भी करने हैं। देखो बहुत सारे प्रैस वालों के वीरां दे भी मैनूं फोन अज सवेर दे भी आ रहे और पब्लिक दे भी आ रहे हैं। पब्लिक दुचित्ती च है,
ਜੇ ਇਲੈਕਸ਼ਨ ਲੜਨ ਦਾ ਚਾਂਸ, ਜੇ ਇਲੈਕਸ਼ਨ ਲੜਨ ਦਾ ਹੁਕਮ ਪਾਰਟੀ ਨੇ ਮੈਨੂੰ ਦਿੱਤਾ ਸ਼੍ਰੋਮਣੀ ਅਕਾਲੀ ਦਲ ਵੱਲੋਂ, ਮੈਂ ਤੁਹਾਡੇ ਨਾਲ ਵਾਅਦਾ ਕਰਦਾ ਸ਼ਰਾਬ ਦੀ ਇੱਕ ਬੋਤਲ ਨਾ ਵੰਡੂੰਗਾ, ਨਾ ਰਾਣਾ ਗੁਰਜੀਤ ਸਿੰਘ ਜੋ ਕਾਂਗਰਸ ਦਾ ਲੀਡਰ ਹੈ ਨਾ ਉਹਨੂੰ ਵੰਡਣ ਦਊਂਗਾ। ਪਿਛਲੇ ਸਮੇਂ ਤੋਂ ਇਹ ਦੇਖਿਆ ਜਾ ਰਿਹਾ ਕਿ ਰਾਣਾ ਗੁਰਜੀਤ ਸਿੰਘ ਜਿੱਥੇ ਆਪਣੀਆਂ ਡਿਸਟਿਲਰੀਆਂ ਦੇ ਵਿੱਚ ਵਾਧਾ ਕਰਦੇ ਰਹੇ ਆ, ਉੱਥੇ ਰੱਜ ਕੇ ਸ਼ਰਾਬ ਵੰਡਦਾ ਔਰ ਉਸ ਚੀਜ਼ ਨਾਲ ਪਬਲਿਕ ਨੂੰ ਇੱਕ ਬਹੁਤ ਵੱਡਾ ਨੁਕਸਾਨ ਮੈਂ ਕਹੂੰਗਾ ਹੋ ਰਿਹਾ, ਬਹੁਤ ਵੱਡਾ ਇੱਕ ਘਾਟਾ ਸਾਡੇ ਸ਼ਹਿਰ ਨੂੰ ਪੈ ਰਿਹਾ। ਕਿਉਂਕਿ ਉਹ ਜਦੋਂ ਸ਼ਰਾਬ ਵੰਡਦੇ ਆ ਉਹ 4 ਦਿਨਾਂ ਦੀ ਗੱਲ ਹੁੰਦੀ ਆ, ਮਹੀਨਾ 2 ਮਹੀਨੇ ਫ੍ਰੀ ਦਿੰਦੇ ਆ, 3 ਮਹੀਨੇ ਫ੍ਰੀ ਦਿੰਦੇ ਹੋਣਗੇ, ਉਹਨਾਂ ਦੀ ਆਪ ਦੀ ਡਿਸਟਿਲਰੀ ਆ, ਦੇ ਦਿੰਦੇ ਆ ਫ੍ਰੀ। ਸਾਡੇ ਭੋਲੇ ਭਾਲੇ ਲੋਕ, ਕੁਛ ਕੁ ਸਾਡੇ ਭੋਲੇ ਭਾਲੇ ਲੋਕ ਜਦੋਂ ਉਹਨਾਂ ਦੀਆਂ ਗੱਲਾਂ 'ਚ ਆ ਜਾਂਦੇ ਆ, ਉਹ ਉਹਨਾਂ ਦੀ ਹੈਬਿਟ ਡਿਵੈਲਪ ਹੋ ਜਾਂਦੀ ਆ ਤੇ ਉਹ ਹੈਬਿਟ ਮੁੜ ਕੇ ਇਸ ਹੱਦ ਤੱਕ ਚਲ ਜਾਂਦੀ ਹੈ ਕਿ ਘਰਾਂ ਦੇ ਘਰ ਤਬਾਹ ਹੋਏ ਮੈਂ ਆਪ ਦੇਖੇ ਆ। 27 ਦਿਨ ਹੋ ਗਏ ਆ ਮੈਨੂੰ ਪੋਲੀਟੀਕਲੀ ਕਪੂਰਥਲੇ 'ਚ ਐਂਟਰ ਕੀਤੇ ਆ। ਜਿੰਨੀ ਮੈਂ ਸਰਵੇ ਕੀਤੀ ਆ, ਜਿਹੜਾ ਨਸ਼ੇ ਦਾ ਮਾਫੀਆ, ਚਿੱਟਾ ਮਾਫੀਆ, ਸ਼ਰਾਬ ਮਾਫੀਆ ਕਪੂਰਥਲੇ ਦੇ ਵਿੱਚ ਇਸ ਹੱਦ ਤੱਕ ਪੈਰ ਪਸਾਰ ਚੁੱਕਾ ਕਿ ਇਹਨੂੰ ਕੱਢਣਾ ਬੜੀ ਇੱਕ ਜੁਰਅਤ ਵਾਲਾ ਕੰਮ ਹੋਊਗਾ, ਬੜੀ ਹਿੰਮਤ ਵਾਲਾ ਕੰਮ ਹੋਊਗਾ। ਉਹ ਸ਼ਾਇਦ ਪਰਮਾਤਮਾ ਨੇ ਮੇਰੇ ਕੋ ਕਰਾਣਾ। ਔਰ ਮੈਂ ਤੁਹਾਡਾ ਵਾਅਦਾ ਕਰਦਾ ਆਉਣ ਵਾਲੀ 2022 ਦੀ ਇਲੈਕਸ਼ਨ ਦੇ ਵਿੱਚ ਨਾ ਚਿੱਟਾ, ਨਾ ਕਿਸੇ ਤਰ੍ਹਾਂ ਦਾ ਨਸ਼ਾ, ਨਾ ਸ਼ਰਾਬ, ਨਾ ਵੰਡਾਂਗੇ, ਨਾ ਵੰਡਣ ਦਿਆਂਗੇ। ਔਰ ਜਿੱਥੇ ਮੈਂ ਇਹ ਗੱਲ ਤੁਹਾਨੂੰ ਕਹਾਂ, ਉੱਥੇ ਮੈਂ ਤੁਹਾਡੇ ਮਾਧਿਅਮ ਰਾਹੀਂ ਰਾਣਾ ਗੁਰਜੀਤ ਸਿੰਘ ਕੋਲੋਂ ਇਹ ਸਵਾਲ ਕੁਝ ਪੁੱਛਣਾ ਚਾਹੁੰਦਾ। ਜਦੋਂ ਕਾਂਗਰਸ ਦਾ ਮੈਨੀਫੈਸਟੋ ਜਾਰੀ ਹੋਇਆ ਸੀ, ਜਿਸ ਮੈਨੀਫੈਸਟੋ ਨੂੰ ਦਿਖਾ ਕੇ ਰਾਣਾ ਗੁਰਜੀਤ ਸਿੰਘ 28,000 ਦੀ ਵੱਡੀ ਲੀਡ ਤੇ ਜਿੱਤੇ ਸੀ, ਕੀ ਉਹ ਮੈਨੀਫੈਸਟੋ ਪੂਰਾ ਹੋਇਆ? ਇਹ ਪ੍ਰੈਸ ਕਾਨਫਰੰਸ ਕਰ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਆ ਕਿ 95% ਮੈਨੀਫੈਸਟੋ ਕੰਪਲੀਟ ਹੋਇਆ, ਬਟ ਇਹ ਗੱਲ ਉਲਟੀ ਆ। 95% ਮੈਨੀਫੈਸਟੋ ਕੰਪਲੀਟ ਨਹੀਂ ਹੋਇਆ। 5% ਵੀ ਮੈਨੀਫੈਸਟੋ ਇਹਨਾਂ ਨੇ ਪੂਰਾ ਨਹੀਂ ਕੀਤਾ। ਫੋਰ ਐਗਜ਼ਾਮਪਲ, ਹਿਸਟੋਰੀਕਲ ਜਗ੍ਹਾ ਤੇ ਖੜੇ ਹੋ ਕੇ ਰਾਣਾ ਗੁਰਜੀਤ ਦੇ ਲੀਡਰ ਕੈਪਟਨ ਅਮਰਿੰਦਰ ਸਿੰਘ, ਸਾਡੇ ਸੂਬੇ ਦੇ ਮੁੱਖ ਮੰਤਰੀ, ਇਹਨਾਂ ਨੇ ਗੁਟਕਾ ਸਾਹਿਬ ਹੱਥ 'ਚ ਫੜ ਕੇ ਕਸਮ ਖਾਧੀ ਸੀ ਕਿ ਮੈਂ 4 ਹਫ਼ਤਿਆਂ ਦੇ ਵਿੱਚ ਨਸ਼ਾ ਖਤਮ ਕਰ ਦੂੰਗਾ। ਜਦ ਕਿ ਨਸ਼ਾ 4 ਹਫ਼ਤਿਆਂ 'ਚ ਖਤਮ ਨਹੀਂ ਹੋਇਆ, ਨਸ਼ਾ ਕਿੰਨੇ ਗੁਣਾ ਪੈਰ ਪਸਾਰ ਚੁੱਕਾ ਸਮੇਤ ਕਪੂਰਥਲਾ, ਸਾਰੇ ਪੰਜਾਬ ਦੇ ਵਿੱਚ, ਕਿ ਇਹ ਗੱਲ ਤੁਸੀਂ ਸਾਰੇ ਹੀ ਭਲੀ ਭਾਂਤੀ ਮੇਰੇ ਤੋਂ ਵੱਧ ਜਾਣਦੇ ਹੋ। ਜਿੰਨੀ ਕੁ ਸਰਵੇ ਮੈਂ ਕੀਤੀ ਆ, ਕਾਂਜਲੀ ਤੋਂ ਜੇ ਸੱਜੇ ਪਾਸੇ ਮੁੜ ਜਾਵਾਂ, ਕਈ ਪਿੰਡ ਨਸ਼ਿਆਂ 'ਚ ਤੇ ਸ਼ਰਾਬ 'ਚ ਇੰਨੇ ਅਫੈਕਟਡ ਹੈ ਕਿ ਉਹਦੀ ਗੱਲ, ਉਹਦਾ ਦੁੱਖ ਬਿਆਨ ਨਹੀਂ ਕੀਤਾ ਜਾ ਸਕਦਾ। 4-5 ਮਹੀਨੇ ਪਹਿਲਾਂ ਇੰਗਲਿਸ਼ ਟ੍ਰਿਬਿਊਨ ਦੇ ਵਿੱਚ ਜਲੰਧਰ ਦੇ ਇੱਕ ਪਿੰਡ 'ਚ ਮੈਂ ਸਟੋਰੀ ਕਵਰ ਕਰਾਈ ਸੀ, ਜਿਸ ਪਿੰਡ ਦੇ ਤਕਰੀਬਨ 15 ਤੋਂ 20 ਨੌਜਵਾਨ ਇੱਕੋ ਛੋਟੇ ਜਿਹੇ ਪਿੰਡ ਦੇ ਚਿੱਟੇ ਦੀ ਭੇਟ ਚੜ੍ਹ ਗਏ ਸੀ। ਔਰ ਉਹੋ ਜਿਹੇ ਕਿੰਨੇ ਹੀ ਪਿੰਡ ਕਪੂਰਥਲੇ ਹਲਕੇ ਦੇ ਵਿੱਚ ਹੈ ਜਿਹੜੇ ਮੈਂ ਨੋਟ ਆਊਟ ਕਰ ਚੁੱਕਾ, ਤੇ ਮੈਂ ਸਮੇਤ ਆਪਣੀ ਸਾਰੀ ਟੀਮ, ਮੇਰੇ ਬਜ਼ੁਰਗਾਂ ਦੇ ਆਸ਼ੀਰਵਾਦ ਦੇ ਨਾਲ, ਉਹਨਾਂ ਦੀਆਂ ਗਾਈਡਲਾਈਨਸ ਦੇ ਨਾਲ ਅਸੀਂ ਪਿੰਡੋਂ ਪਿੰਡ ਜਾ ਰਹੇ ਹਾਂ। ਔਰ ਅਗਲੀ ਪ੍ਰੈਸ ਕਾਨਫਰੰਸ ਦੇ ਵਿੱਚ ਲਗਭਗ ਤੁਹਾਨੂੰ 12-15 ਪਿੰਡਾਂ ਦੀ ਇਹੋ ਜਿਹੀ ਲਿਸਟ ਦੇਵਾਂਗੇ ਜਿਸ ਇੱਕ ਪਿੰਡ 'ਚੋਂ 15-15, 20-20 ਘਰ ਚਿੱਟੇ ਦੀ ਭੇਟ ਚੜ੍ਹ ਚੁੱਕੇ ਆ। ਪੁੱਛਣਾ ਚਾਹੁੰਦਾ ਮੈਂ ਰਾਣੇ ਗੁਰਜੀਤ ਕੋਲੋਂ ਤੁਹਾਡੇ ਮਾਧਿਅਮ ਨਾਲ, ਇਹਦਾ ਜ਼ਿੰਮੇਵਾਰ ਕੌਣ ਹੈ? ਜੇ ਰਾਣਾ ਗੁਰਜੀਤ ਤੁਹਾਨੂੰ ਇਹ ਕਹਿਣ ਕਿ ਮੈਂ ਕਪੂਰਥਲੇ ਹਲਕੇ 'ਚ ਚਿੱਟਾ ਨਹੀਂ ਵਿਕਦਾ, ਜਾਂ ਪੁਲਿਸ ਕਾਬੂ ਪਾ ਚੁੱਕੀ ਆ, ਜਾਂ ਪੁਲਿਸ ਕਾਬੂ ਪਾ ਨਹੀਂ ਰਹੀ, ਫਿਰ ਮੇਰੀ ਸਲਾਹ ਰਾਣਾ ਗੁਰਜੀਤ ਨੂੰ ਇਹ ਆ ਕਿ ਵਿਧਾਨ ਸਭਾ ਦੇ ਵਿੱਚ ਬਿੱਲ ਪਾਸ ਕਰਾ ਕੇ 6 ਮਹੀਨੇ ਲਈ ਜਾਂ 5 ਮਹੀਨੇ ਲਈ ਜਿਹੜਾ ਸਮਾਂ ਰਹਿੰਦਾ, ਮੈਨੂੰ ਐਮਐਲਏ ਦੀ ਕੁਰਸੀ ਤੇ ਬਿਠਾ ਦੇਣ ਤੇ ਪਾਵਰ ਦੇ ਦੇਣ। ਅੱਜ ਰਾਣਾ ਗੁਰਜੀਤ ਦੀ ਮਰਜ਼ੀ ਦੇ ਨਾਲ ਐਸਐਚਓ ਲੱਗਦਾ, ਗੁਰਜੀਤ ਰਾਣਾ ਦੀ ਮਰਜ਼ੀ ਨਾਲ ਡੀਐਸਪੀ ਲੱਗਦਾ, ਉਹਨਾਂ ਦੀ ਮਰਜ਼ੀ ਦੀ ਰਿਕਮੈਂਡੇਸ਼ਨ ਨਾਲ ਡੀਸੀ ਤੇ ਐਸਐਸਪੀ ਲੱਗਦਾ। ਇੰਨੀ ਤਾਕਤ ਹੁੰਦਿਆਂ ਸੁੰਦਿਆਂ ਡਿਲੀਵਰੀ ਕੀ ਆ? ਡਿਲੀਵਰੀ ਜ਼ੀਰੋ। ਸ਼ਰਾਬ ਮਾਫੀਆ ਸ਼ਰੇਆਮ ਚੱਲ ਰਿਹਾ, ਚਿੱਟਾ ਮਾਫੀਆ ਸ਼ਰੇਆਮ ਚੱਲ ਰਿਹਾ, ਦੜਾ ਸੱਟਾ ਲੋਟਰੀ ਦਾ ਕੰਮ 2 ਨੰਬਰ ਦਾ ਸ਼ਰੇਆਮ ਚੱਲ ਰਿਹਾ। ਰਾਣਾ ਸਾਹਿਬ ਕਰ ਕੀ ਰਹੇ ਹੋ? ਵਿਰਾਸਤੀ ਸ਼ਹਿਰ ਆ ਕਪੂਰਥਲਾ, ਪੰਜਾਬ ਦੇ ਵਿੱਚ ਇੱਕ ਨਾਮ ਆ ਕਪੂਰਥਲੇ ਦਾ, ਬਣਾਇਆ ਕੀ ਕਪੂਰਥਲੇ ਦਾ ਤੁਸੀਂ?
ਤੁਹਾਡੇ ਮਾਧਿਅਮ ਨਾਲ ਮੈਂ ਰਾਣਾ ਗੁਰਜੀਤ ਕੋ ਇੱਕ ਸਵਾਲ ਹੋਰ ਪੁੱਛਣਾ ਚਾਹੁੰਦਾ। 20-22 ਸਾਲ ਦੇ ਕਾਰਜਕਾਲ 'ਚ ਮੈਨੂੰ ਕੋਈ 5 ਕੰਮ, ਧਿਆਨ ਨਾਲ ਸੁਣਿਆ ਸਾਥੀਓ, 5 ਕੰਮ ਕੋਈ ਐਸੇ ਦੱਸ ਦੇਣ ਜਿਹੜੇ ਕਪੂਰਥਲੇ ਦੀ ਤਰੱਕੀ ਵਾਸਤੇ, ਕਪੂਰਥਲੇ ਨੂੰ ਅਗਾਂਹ ਵਧਾਉ ਵਾਸਤੇ, ਕਪੂਰਥਲੇ ਦੇ ਬੱਚਿਆਂ ਲਈ, ਕਪੂਰਥਲੇ ਦੇ ਫਿਊਚਰ ਲਈ ਉਹਨਾਂ ਨੇ ਕੀਤੇ ਹੋਣ। ਕੋਈ ਮੈਡੀਕਲ ਕਾਲਜ, ਕੋਈ ਸਪੋਰਟਸ ਹੱਬ, ਕੋਈ ਕ੍ਰਿਕਟ ਸਟੇਡੀਅਮ, ਕੁਛ ਇਦਾਂ ਦਾ ਕੀਤਾ ਹੋਵੇ, ਕੋਈ ਸਮਾਰਟ ਸਿਟੀ ਬਣਾਤੀ ਹੋਵੇ। ਉਲਟਾ ਕੀਤਾ ਕਿ ਤੁਹਾਡੇ ਧਿਆਨ 'ਚ ਲਿਆ ਦਵਾਂ, ਪਿੱਛੇ ਕਾਰਪੋਰੇਸ਼ਨ ਦੀ ਇਲੈਕਸ਼ਨ ਹੋਈ, 50 ਕੌਂਸਲਰ ਇਹਨਾਂ ਨੇ ਆਪਣੇ ਲੜਾਏ। 50ਵਾਂ 'ਚੋਂ ਕਈ ਕੌਂਸਲਰ ਇਦਾਂ ਦੇ ਜਿਨ੍ਹਾਂ ਤੇ ਕ੍ਰਿਮੀਨਲ ਐਕਟ 'ਚ, ਨਸ਼ਿਆਂ ਦੇ ਐਕਟ 'ਚ ਤੇ ਹੋਰ ਅਲੱਗ-ਅਲੱਗ ਧਾਰਾਵਾਂ ਦੇ ਵਿੱਚ ਪਰਚੇ ਦਰਜ। ਸਾਥੀਓ, ਕੌਂਸਲਰ ਉਹ ਹੁੰਦਾ ਜਿਹਦੇ ਘਰ ਸਾਡੀ ਧੀ, ਸਾਡੀ ਭੈਣ, ਸਾਡੀ ਮਾਂ, ਸਾਡਾ ਭੈਣ ਭਰਾ, ਬਜ਼ੁਰਗ ਸਵੇਰ ਦੁਪਹਿਰ ਸ਼ਾਮ ਜਾ ਕੇ ਉਹਦਾ ਗੁੱਟ ਫੜ ਕੇ ਕੰਮ ਕਰਵਾ ਸਕੇ। ਡੈਮੋਕ੍ਰੇਸੀ ਪੋਲਿਟਿਕਸ ਦੇ ਵਿੱਚ ਸਰਪੰਚ ਤੇ ਕੌਂਸਲਰ ਪਹਿਲੀ ਸੀੜੀ, ਪਹਿਲੀ ਪੌੜੀ, ਪਹਿਲਾ ਸਟੈਪ ਹੁੰਦਾ ਜਿਨ੍ਹਾਂ ਪਬਲਿਕ ਡਾਇਰੈਕਟਲੀ ਕਨੈਕਟਡ ਹੁੰਦੀ ਆ। ਐਮਐਲਏ ਨਾਲ ਪਬਲਿਕ ਫਿਰ ਵੀ ਇਹਨਾਂ ਲੋਕਾਂ ਦੇ ਥਰੂ ਜਾਂ ਇਨਡਾਇਰੈਕਟ ਕੰਟੈਕਟਡ ਹੁੰਦੀ ਹੈ। ਜਿਸ ਸ਼ਹਿਰ ਦੇ ਕੌਂਸਲਰ ਕ੍ਰਿਮੀਨਲ ਐਕਟ ਦੇ ਵਿੱਚ ਜਾਂ ਲੜਾਈਆਂ ਝਗੜਿਆਂ ਦੇ ਵਿੱਚ ਜਾਂ ਹੋਰ ਧਾਰਾਵਾਂ ਦੇ ਵਿੱਚ ਕੇਸ ਰਜਿਸਟਰਡ ਹੋਣ ਉਹਨਾਂ ਤੇ, ਉਹਨਾਂ ਲੋਕਾਂ ਨੂੰ ਕੌਂਸਲਰ ਦੀਆਂ ਟਿਕਟਾਂ ਦੇ ਕੇ, ਲੋਕਾਂ ਨੂੰ ਦਬਕੇ ਮਾਰ ਕੇ, ਲੋੜਵੰਦਾਂ ਨੂੰ ਤੁਸੀਂ ਗਲਤ ਪਾਸੇ ਤੋਰ ਕੇ, ਸ਼ਰਾਬਾਂ ਦੇ ਕੇ ਵੋਟਾਂ ਪਵਾ ਲਓ। ਆ ਇੱਕ ਬੈਠੇ ਆ ਫੌਜੀ ਸਾਹਿਬ, ਇਲੈਕਸ਼ਨ ਲੜੇ ਸੀ, ਜਿੰਨੀ ਵੋਟ ਇਹਨੂੰ ਪਈ ਓਨੀ ਉਹਦੇ ਬੰਦੇ ਨੂੰ ਪਈ। ਧੱਕੇ ਦੇ ਨਾਲ ਤੁਸੀਂ ਆਪਦੇ ਕੌਂਸਲਰ ਬਣਾ ਲਓ। ਤੁਸੀਂ ਸਮਝਦੇ ਹੋ ਚੰਗਾ ਕੰਮ ਕੀਤਾ? ਗੁਰੂ ਮਹਾਰਾਜ ਕਰਨ 2022 ਦੀ ਵੈਸੇ ਤਾਂ ਲਗਭਗ ਕਲੀਅਰ ਹੀ ਆ, ਕਹਿ ਲਓ 99% ਕਲੀਅਰ ਆ, 1% ਅਨਾਉਂਸਮੈਂਟ ਹੋਣੀ ਬਾਕੀ ਆ। ਇਲੈਕਸ਼ਨ ਲੜਨ ਦਾ ਮੌਕਾ ਮੈਨੂੰ ਮਿਲੇ ਫਿਰ ਮੈਂ ਰਾਣਾ ਜੀ ਤੁਹਾਨੂੰ ਦੱਸੂਗਾ ਇਲੈਕਸ਼ਨ ਤੁਸੀਂ ਕਿਵੇਂ ਲੜਨੀ ਹੈ ਤੇ ਮੈਂ ਕਿਵੇਂ ਲੜਨੀ ਹੈ। ਤੁਸੀਂ ਪੈਸੇ ਦੇ ਦਮ ਤੇ, ਸ਼ਰਾਬ ਦੇ ਦਮ ਤੇ ਸਾਡੇ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰਕੇ ਇਲੈਕਸ਼ਨਾਂ ਲੜਦੇ ਹੋ ਤੇ ਜਿੱਤਦੇ ਹੋ। ਤੁਸੀਂ ਕੋਈ ਕੰਮ ਨਹੀਂ ਕੀਤੇ। ਜੇ ਕੰਮ ਕੀਤੇ ਆ, ਮੈਂ ਪ੍ਰੈਸ ਦੇ ਮਾਧਿਅਮ ਨਾਲ ਕਹਿਣਾ, ਜਦੋਂ ਮਰਜ਼ੀ ਡਿਬੇਟ ਇੱਕ ਰੱਖ ਲਈ ਜਾਵੇ। ਤੁਸੀਂ ਸਾਰੇ ਡੈਮੋਕ੍ਰੇਸੀ ਦਾ ਸਟਰੋਂਗੈਸਟ ਪਿਲਰ ਹੋ। ਦੇਸ਼ ਤੁਹਾਡੇ ਆਸਰੇ ਖੜਾ, ਪ੍ਰੈਸ ਵਾਲਿਆਂ ਦੇ ਆਸਰੇ। ਮੈਂ ਵੀ ਆਉਂਗਾ, ਰਾਣਾ ਜੀ ਵੀ ਆਉਣ, ਮੈਂ ਉਹਨਾਂ ਕੋਲ ਸਵਾਲ ਪੁੱਛੂੰਗਾ, ਮੇਰੇ ਸਵਾਲ ਦੇ ਜਵਾਬ ਦੇਣ, ਕਿਉਂਕਿ ਸਰਕਾਰ 'ਚ ਬੈਠੇ ਹੋ ਤੁਸੀਂ, ਸਰਕਾਰ ਦੇ ਐਮਐਲਏ ਹੋ। ਅੱਜ ਕਾਂਗਰਸ ਦੇ ਬੜੇ ਵੱਡੇ ਲੀਡਰ ਨਵਜੋਤ ਸਿੰਘ ਸਿੱਧੂ ਇਹ ਗੱਲ ਕਹਿ ਰਹੇ ਆ ਕਿ ਸਾਡੀ ਸਰਕਾਰ ਆਊਗੀ, ਅਸੀਂ ਬਿਜਲੀ 3 ਰੁਪਏ ਜਾਂ 2 ਰੁਪਏ ਕਰ ਦਾਂਗੇ। ਮੈਂ ਪੁੱਛਣਾ ਚਾਹੁੰਦਾ ਰਾਣਾ ਜੀ, ਅਸੀਂ ਨਵਜੋਤ ਨੂੰ ਨਹੀਂ ਪੁੱਛਣਾ, ਅਸੀਂ ਤਾਂ ਕਪੂਰਥਲੇ ਸ਼ਹਿਰ ਦੇ ਵਾਸੀ ਹਾਂ। ਅਸੀਂ ਤਾਂ ਕਪੂਰਥਲੇ ਨੂੰ, ਕਾਂਗਰਸ ਨੂੰ ਤੁਸੀਂ ਰਿਪਰੈਜ਼ੈਂਟ ਕਰਦੇ ਹੋ। ਅਸੀਂ ਤੁਹਾਨੂੰ ਪੁੱਛਦੇ ਹਾਂ, ਅੱਜ ਸਰਕਾਰ ਕਿਹਦੀ ਆ? ਨਵਜੋਤ ਕਹਿੰਦਾ ਕਿ ਸਰਕਾਰ ਆਊਗੀ ਤੇ ਅਸੀਂ ਬਿਜਲੀ ਸਸਤੀ ਕਰਾਂਗੇ। ਸ਼੍ਰੀਮਾਨ, ਇਹ ਦੱਸਣ ਦੀ ਕਿਰਪਾ ਕਰੋ ਅੱਜ ਸਰਕਾਰ ਕਿਹਦੀ ਆ? ਅੱਜੇ ਬਿਜਲੀ ਸਸਤੀ ਕਰੋ। ਤੁਸੀਂ ਸਾਡੇ ਨਾਲ ਵਾਅਦੇ ਤਾਂ ਕੀਤੇ ਤੁਸੀਂ ਸਾਡੀਆਂ ਭੈਣਾਂ ਨਾਲ ਕਿ 51,000 ਰੁਪਇਆ ਤੁਹਾਨੂੰ ਸ਼ਗਨ ਦੇਵਾਂਗੇ। ਰਾਣਾ ਜੀ, ਇੱਕ ਲਿਸਟ ਜਾਰੀ ਕਰੋ ਕਪੂਰਥਲੇ ਹਲਕੇ ਦੀ। ਪੰਜਾਬ ਦੀ ਗੱਲ ਤਾਂ ਛੱਡੋ, ਕਿਉਂਕਿ ਪੰਜਾਬ 'ਚ ਕੈਬਨਿਟ 'ਚ ਤਾਂ ਤੁਹਾਨੂੰ ਐਕਸੈਪਟੈਂਸ ਹੀ ਨਹੀਂ ਦਿੱਤੀ। ਪੰਜਾਬ ਦੇ ਕੈਬਨਿਟ 'ਚ ਤਾਂ ਤੁਹਾਨੂੰ ਰੱਖ ਕੇ ਉਹਨਾਂ ਨੇ ਬਾਹਰ ਕੱਢਤਾ ਕੈਬਨਿਟ ਤੋਂ। ਉਹਨਾਂ ਨੇ ਕਿਹਾ ਨਹੀਂ, ਤੁਸੀਂ ਕੈਬਨਿਟ 'ਚ ਬੈਠਣ ਦੇ ਲਾਇਕ ਨਹੀਂ। ਤੁਸੀਂ ਕਪੂਰਥਲੇ ਦੀ ਗੱਲ ਕਰੋ, ਕਪੂਰਥਲੇ ਦੇ ਵਿੱਚ ਇੱਕ ਲਿਸਟ ਜਾਰੀ ਕਰੋ ਤੇ ਕਿਰਪਾ ਕਰਕੇ ਮੈਨੂੰ ਦੱਸੋ, ਸਾਡੇ ਸਾਥੀਆਂ ਨੂੰ, ਜਲੰਧਰ ਦੀ, ਕਪੂਰਥਲੇ ਦੀ ਪਬਲਿਕ ਜਿਨ੍ਹਾਂ ਨੇ ਤੁਹਾਨੂੰ ਵੋਟਾਂ ਪਾਈਆਂ, ਉਹਨਾਂ ਨੂੰ ਇਹ ਗੱਲ ਦੱਸੋ ਕਿ ਕਿੰਨੀਆਂ ਕੁੜੀਆਂ ਨੂੰ 51,000 ਸਕੀਮ ਰਾਹੀਂ ਤੁਸੀਂ 51,000 ਸ਼ਗਨ ਦਿੱਤਾ। ਇਹ ਮੈਨੂੰ ਤੁਸੀਂ ਦੱਸੋ। ਪ੍ਰੈਸ ਵਾਲਿਆਂ ਦੇ ਥਰੂ ਸਾਨੂੰ ਦੱਸ ਦਿਓ। ਜੇ ਤੁਸੀਂ 51,000 ਸ਼ਗਨ ਦਿੱਤਾ ਹਰ ਕੁੜੀ ਨੂੰ ਤੇ ਮੈਂ ਤੁਹਾਡਾ ਆਪ ਸਪੋਰਟਰ ਬਣ ਜਾਊਂਗਾ। ਤੁਹਾਡਾ ਝੰਡਾ ਚੱਕ ਕੇ ਮੈਂ ਤੁਹਾਡੇ ਨਾਲ ਆਪ ਚੱਲ ਪਊਂਗਾ। ਇਲੈਕਟ੍ਰਿਸਿਟੀ ਦਾ ਮੁੱਦਾ ਹੋਵੇ, ਬਜ਼ੁਰਗਾਂ ਦੀ ਪੈਨਸ਼ਨ ਹੋਵੇ, ਸ਼ਗਨ ਸਕੀਮ ਹੋਵੇ, ਗੁਟਕਾ ਸਾਹਿਬ ਨੂੰ ਹੱਥ 'ਚ ਫੜ ਕੇ ਝੂਠੀਆਂ ਕਸਮਾਂ ਖਾ ਕੇ ਵੋਟਾਂ ਲੈਣ ਦੀ ਗੱਲ ਹੋਵੇ, ਤੁਸੀਂ ਹਰ ਗੱਲ ਦੇ ਵਿੱਚ ਪੰਜਾਬੀਆਂ ਨੂੰ, ਪੰਜਾਬ ਦੇ ਭੋਲੇ ਭਾਲੇ ਲੋਕਾਂ ਨੂੰ ਚੀਟ ਕੀਤਾ। ਉਹਨਾਂ ਨਾਲ ਤੁਸੀਂ ਧੋਖਾ ਕੀਤਾ, ਜਿਹਦਾ ਕਿ ਜਵਾਬ ਤੁਹਾਨੂੰ 2022 ਦੇ ਵਿੱਚ ਬਾਖੂਬੀ ਲੋਕ ਦੇਣਗੇ। ਇਹ ਅੱਜ ਦੀ ਪ੍ਰੈਸ ਕਾਨਫਰੰਸ ਦਾ ਮੁੱਦਾ ਸੀ ਕਿ ਅਸੀਂ ਰਾਣਾ ਜੀ ਕੋ ਕੁਝ ਸਵਾਲ ਪੁੱਛਣੇ ਸੀ।
ਪ੍ਰੈਸ ਮੀਡੀਆ ਰਾਹੀਂ ਅਸੀਂ ਪੁੱਛ ਲਏ। ਹੁਣ ਜਦੋਂ ਵੀ ਉਹ ਡਿਬੇਟ ਕਰਨਾ ਚਾਹਣ ਜਾਂ ਮੇਰੇ ਸਵਾਲਾਂ ਦਾ ਜਵਾਬ ਦੇਣਾ ਚਾਹਣ, ਮੈਂ ਹਾਜ਼ਰ ਹਾਂ ਤੁਹਾਡੇ ਥਰੂ। ਹੁਣ ਮੈਂ ਬੇਨਤੀ ਕਰੂੰਗਾ, ਜੇ ਮੇਰੇ ਪ੍ਰੈਸ ਵਾਲੇ ਮੀਡੀਆ ਵਾਲੇ ਭਰਾ ਨੇ ਕੋਈ ਸਵਾਲ ਮੈਨੂੰ ਪੁੱਛਣਾ, ਤੁਸੀਂ ਪੁੱਛ ਸਕਦੇ ਹੋ। ਹਾਂਜੀ, ਨਹੀਂ ਮੈਂ ਤੁਹਾਨੂੰ ਆਲਰੇਡੀ ਕਿਹਾ ਜੀ, ਦੇਖੋ ਮੈਨੂੰ ਲਗਭਗ ਪ੍ਰਧਾਨ ਸਾਹਿਬ ਨੇ ਕਿਹਾ ਕਿ ਤੂੰ ਕੰਮ ਸ਼ੁਰੂ ਕਰ। ਕੋਈ ਵੀ ਕੈਂਡੀਡੇਟ ਹੋਵੇ, ਡਿਬੇਟ ਕਰਨ ਲਈ ਜ਼ਰੂਰੀ ਨਹੀਂ ਕਿ ਕੈਂਡੀਡੇਟ ਡਿਸਾਈਡ ਹੋਣਾ ਜ਼ਰੂਰੀ ਹੈ। ਡਿਬੇਟ ਤਾਂ ਪਬਲਿਕ ਦਾ ਇੱਕ ਆਮ ਇਨਸਾਨ, ਮੈਂ ਤਾਂ ਫਿਰ ਵੀ ਐਮਐਲਏ ਦੀ ਇਲੈਕਸ਼ਨ ਲੜ ਚੁੱਕਾ, ਇੱਕ ਆਮ ਇਨਸਾਨ ਵੀ ਡਿਬੇਟ ਕਰ ਸਕਦਾ ਐਮਐਲਏ ਦਾ। ਕੁਐਸਚਨ ਪੁੱਛਣਾ ਰਾਈਟ ਹੈ। ਦੁਬਾਰਾ ਬੋਲੋ ਥੋੜੀ ਜਿਹੀ ਉੱਚੀ। ਤੁਹਾਡੀ ਗੁੱਟਬੰਦੀ ਹੈ ਕਿਆ? ਦੂਜਾ ਇੱਕ ਗਰੁੱਪ ਇੱਥੇ ਨਜ਼ਰ ਨਹੀਂ ਆ ਰਿਹਾ। ਕਿਹੜਾ ਗਰੁੱਪ? ਸਾਡਾ ਗਰੁੱਪ ਹੀ ਕੋਈ ਨਹੀਂ, ਸਾਰੇ ਹਲਕੇ ਦਾ ਇੰਚਾਰਜ ਆ ਉਹ। ਹਾਂ, ਹਲਕੇ ਦਾ ਇੰਚਾਰਜ ਪਰਮਜੀਤ ਪੰਮਾ। ਉਹਦੇ ਨਾਲ ਤੁਹਾਡੀ ਯੈਸ, ਹਾਂਜੀ ਕੋਈ ਦੇਖੋ ਉਹ ਮੇਰਾ ਬੜਾ ਅੱਛਾ ਦੋਸਤ ਹੈ, ਤਕਰੀਬਨ 15 ਸਾਲ ਪੁਰਾਣੀ ਸਾਡੀ ਦੋਸਤੀ ਹੈ। ਇਸ ਵੇਲੇ ਉਹ ਵੀ ਦੌੜ ਚ ਆ ਕੇ ਉਹਨੂੰ ਟਿਕਟ ਮਿਲੇ, ਮੈਂ ਵੀ ਦੌੜ ਚ ਆ ਮੈਨੂੰ ਟਿਕਟ ਮਿਲੇ। ਤੁਹਾਡੇ ਮਾਧਿਅਮ ਰਾਹੀਂ ਮੈਂ ਅੱਜ ਤੁਹਾਡੇ ਨਾਲ ਵਾਅਦਾ ਕਰਦਾ, ਜਿੱਦਣ ਪਰਮਜੀਤ ਪੰਮਾ ਨੂੰ ਟਿਕਟ ਮਿਲੂਗੀ, ਸਭ ਤੋਂ ਪਹਿਲਾਂ ਆ ਸਾਰੇ ਹੀ ਅਕਾਲੀ ਦਲ ਦੇ ਯੋਧੇ ਪੰਮੇ ਦੇ ਨਾਲ ਸਭ ਤੋਂ ਅੱਗੇ ਖੜੇ ਹੋਣਗੇ, ਤਨ ਮਨ ਧਨ ਦੇ ਨਾਲ। ਸਾਨੂੰ ਕੋਈ ਵਿਰੋਧ ਨਹੀਂ ਕਿਸੇ ਦਾ, ਅਸੀਂ ਸਾਰੇ ਹੀ ਭਰਾ ਹਾਂ। ਟਿਕਟ ਮੰਗਣਾ ਸਾਰਿਆਂ ਦਾ ਰਾਈਟ ਆ, ਮੈਂ ਆਪਣੀ ਮੰਗ ਰਿਹਾ ਹਾਂ। ਨਹੀਂ, ਕੋਈ ਜ਼ਰੂਰੀ ਨਹੀਂ। ਮੈਂ ਪੰਜਾਬ 'ਚ ਜਨਰਲ ਸਕੱਤਰ ਹਾਂ, ਜਲੰਧਰ ਦਾ ਨਹੀਂ, ਕਪੂਰਥਲੇ ਦਾ ਨਹੀਂ, ਮੈਂ ਪੰਜਾਬ ਦਾ ਟ੍ਰੇਡ ਐਂਡ ਇੰਡਸਟਰੀ ਵਿੰਗ ਦਾ ਜਨਰਲ ਸਕੱਤਰ ਹਾਂ। ਔਰ ਮੋਸਟ ਇੰਪੋਰਟੈਂਟ ਥਿੰਗ, ਆਈ ਐਮ ਇਨ ਕਪੂਰਥਲਾ ਪੋਲਿਟਿਕਸ, ਕਿਉਂਕਿ ਮੈਨੂੰ ਸਰ ਸੁਖਬੀਰ ਸਿੰਘ ਬਾਦਲ ਮੇਰੇ ਪ੍ਰਧਾਨ ਸਾਹਿਬ ਨੇ ਕਿਹਾ ਉੱਥੇ ਜਾ ਕੇ ਕੰਮ ਕਰ। ਮੈਂ ਆਪਣੀ ਮਰਜ਼ੀ ਨਾਲ ਕਪੂਰਥਲੇ ਨਹੀਂ ਆਇਆ, ਮੈਨੂੰ ਉਹਨਾਂ ਵੱਲੋਂ ਭੇਜਿਆ ਗਿਆ ਕਿ ਤੂੰ ਜਾ ਕੇ ਕੰਮ ਕਰ। ਹੁਣ ਉਹ ਮੈਨੂੰ ਕਹਿਣਗੇ ਤੂੰ ਇਲੈਕਸ਼ਨ ਲੜ, ਮੈਂ ਤਿਆਰ ਹਾਂ। ਉਹ ਕਹਿਣਗੇ ਨਹੀਂ ਲੜਨੀ, ਮੈਂ ਤਾਂ ਵੀ ਤਿਆਰ ਹਾਂ। ਉਹਨਾਂ ਦਾ ਦੇਸ਼। ਤੁਸੀਂ ਆਪਣੇ ਇੱਥੇ ਕਪੂਰਥਲੇ ਕੁਝ ਫਲੈਕਸ ਬੋਰਡ ਲਗਵਾਏ ਸੀ, ਹਾਂਜੀ, ਉਹਨਾਂ ਨੂੰ ਡੈਮੇਜ ਕੀਤਾ ਗਿਆ, ਤੁਹਾਡੀ ਫੋਟੋ ਨੂੰ ਪਾੜਿਆ ਗਿਆ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ? ਕੌਣ ਸੀ ਬੰਦੇ ਜਾਂ ਕੀ ਹੋ ਸਕਦਾ? ਦੇਖੋ ਮੈਂ ਆਇਡੈਂਟੀਫਾਈ ਲਗਭਗ ਕਰ ਲਏ ਹੋਏ ਆ ਜੀ ਉਹ ਬੰਦੇ ਕੌਣ ਹੈ, ਪਰ ਪਾਰਟੀ ਲੀਡਰਸ ਦੇ ਹੁਕਮਾਂ ਅਨੁਸਾਰ ਕਿ ਇੱਕ ਇਸ਼ੂ ਨਹੀਂ ਕ੍ਰੀਏਟ ਕਰਨਾ, ਤੇ ਮੈਂ ਉਹਨਾਂ ਦੇ ਨਾਮ ਜਨਤਕ ਨਹੀਂ ਕਰ ਸਕਦਾ। ਲੈਟ ਮੀ ਕੰਪਲੀਟ। ਮੈਂ ਕੋਈ ਵੀ ਗਲਤ ਇਲਜ਼ਾਮ ਨਹੀਂ ਲਾਣਾ ਕਿਸੇ ਤੇ। ਉਹ ਫਲੈਕਸ ਬੋਰਡ ਕਿਸੇ ਵੇਲੇ ਨਾ ਪਰਿਵਾਰ 'ਚ ਹੀ ਥੋੜਾ ਜਿਹਾ ਗੜਬੜੀ ਹੋ ਜਾਂਦੀ ਆ। ਇੱਕ ਬੰਦਾ ਚਾਹੁੰਦਾ ਇਹ ਆਵੇ, ਇੱਕ ਬੰਦਾ ਚਾਹੁੰਦਾ ਨਾ ਆਵੇ। ਆਹ ਸਾਰੇ ਯੋਧੇ ਚਾਹੁੰਦੇ ਆ ਤੂੰ ਇਲੈਕਸ਼ਨ ਲੜ, ਕੁਝ ਉਹਨਾਂ ਦੇ ਨਾਲ ਬੰਦੇ ਹੋਣਗੇ, ਉਹ ਕਿਸੇ ਨੇ ਪਾੜ ਤੇ ਮੈਂ ਉਹ ਗੱਲ ਛੱਡਤੀ। ਜਿੰਨੇ ਪਾੜੇ ਸੀ ਮੈਂ ਉਹ ਤੋਂ ਦੁੱਗਣੇ ਨਵੇਂ ਲਵਾਤੇ ਆ। ਇਸ਼ੂ ਇੱਥੇ ਖਤਮ ਹੁੰਦਾ। ਤੁਹਾਡੇ ਹੀ ਪਾਰਟੀ ਨਾਲ ਰਿਲੇਟਡ ਕੁਝ ਬੰਦੇ ਸੀਗੇ ਜਿਨ੍ਹਾਂ ਨੇ ਪਾਰਟੀ ਸਕੇ ਭਰਾ ਵੀ ਸ਼ਰਾਰਤ ਕਰ ਜਾਂਦੇ ਆ, ਮੈਨੂੰ ਨਹੀਂ ਪਤਾ। ਆਈ ਐਮ ਨਾਟ ਸ਼ੋਰ ਅਬਾਊਟ ਦੈਟ। ਆਈ ਐਮ ਨਾਟ ਸ਼ੋਰ ਅਬਾਊਟ ਦੈਟ। ਮੇਰੀ ਪਾਰਟੀ ਦੇ ਸਾਰੇ ਦੋਸਤ ਮੇਰੇ ਨਾਲ ਆ ਔਰ ਮੈਂ ਉਹਨਾਂ ਦੇ ਨਾਲ। ਜਿਹੜੇ ਲੋਕ 4-5 ਸਾਲ ਤੋਂ ਇੱਥੇ ਜਿਹੜੇ ਕੰਮ ਅਕਾਲੀ ਦਲ ਲਈ ਕਰ ਰਹੇ ਸੀਗੇ, ਇਲੈਕਸ਼ਨ ਦੇ ਵਿੱਚ 4 ਮਹੀਨੇ ਰਹਿ ਗਏ, ਹੁਣ ਤੁਸੀਂ ਕਪੂਰਥਲਾ ਦੇ ਵਿੱਚ ਵਰਕ ਕਰਨ ਲੱਗਦੇ ਆ, ਉਹਦੇ ਨਾਲ ਜਿਹੜੀ ਨਾਰਾਜ਼ਗੀ ਉਹ ਕਿਸ ਤਰ੍ਹਾਂ ਦੂਰ ਹੋਊਗੀ? ਅਕਾਲੀ ਦਲ ਦੇ ਵਿੱਚ, ਅਕਾਲੀਆਂ ਦੇ ਵਿੱਚ ਨਾਰਾਜ਼ਗੀ ਹੋਊਗੀ, 4-5 ਧੜੇ ਬਣਦਾ ਚਾਂਸ ਆ ਆਉਣ ਵਾਲੇ ਸਮੇਂ ਦੇ ਵਿੱਚ? ਪਹਿਲੀ ਗੱਲ ਤਾਂ ਕੋਈ 4-5 ਧੜੇ ਨਹੀਂ ਬਣਨਗੇ। ਤੁਹਾਡੀ ਗੱਲ ਦਾ ਜਵਾਬ ਦੇ ਦੇਣਾ ਕਿ 4-5 ਸਾਲ ਤੋਂ ਕੰਮ ਕਰ ਰਹੇ ਮੇਰੇ ਚਾਚਾ ਜੀ ਲਗਭਗ 60 ਸਾਲ ਤੋਂ ਅਕਾਲੀ ਦਲ 'ਚ ਕੰਮ ਕਰ ਰਹੇ ਆ, ਤੇ ਮੇਰਾ ਭਰਾ ਪਿਛਲੇ 20 ਸਾਲ ਤੋਂ ਅਕਾਲੀ ਦਲ 'ਚ ਕੰਮ ਕਰ ਰਿਹਾ। ਇਹ ਨਾਲ ਹੀ ਬੈਠੇ ਆ। ਇਹ ਸਾਡਾ ਪਰਿਵਾਰ ਅਕਾਲੀ ਦਲ ਵਾਸਤੇ। ਮੈਂ ਵੀ ਜਲੰਧਰ 'ਚ 6 ਸਾਲ ਅਕਾਲੀ ਦਲ ਵਾਸਤੇ, 5 ਸਾਲ ਅਕਾਲੀ ਦਲ ਵਾਸਤੇ ਕੰਮ ਕਰ ਰਿਹਾ। ਮੈਂ ਪਿਛਲੇ 5 ਸਾਲ ਤੋਂ ਕਰ ਰਿਹਾ। ਮੇਰਾ ਪਰਿਵਾਰ 50-50, 60-60 ਸਾਲ ਤੋਂ 5-5 ਵਾਰੀ ਦੇ ਕਾਉਂਸਲਰ ਆ ਮੇਰੇ ਪਰਿਵਾਰ ਦੇ, 2-2 ਵਾਰੀ ਦੇ ਸਰਪੰਚ ਬੈਠੇ ਆ ਮੇਰੇ ਪਰਿਵਾਰ ਦੇ। ਮੈਂ ਇਹਨਾਂ ਦਾ ਪਰਿਵਾਰ ਆ, ਇਦਾਂ ਦੀ ਕੋਈ ਗੱਲ ਨਹੀਂ। ਕਿ ਬਾਕੀ ਜੋ ਹਾਈ ਕਮਾਂਡ ਫੈਸਲਾ ਕਰੂ, ਪਾਰਟੀ ਦੇ ਹਾਈ ਕਮਾਂਡ ਉਹ ਜੋ ਉਹਨਾਂ ਦਾ ਆਦੇਸ਼ ਹੋਊਗਾ ਉਹ ਮੰਨਿਆ ਜਾਊਗਾ। ਤੁਹਾਨੂੰ ਹਰੀ ਝੰਡੀ ਮਿਲ ਗਈ ਹੈ ਹਾਈ ਕਮਾਂਡ ਵੱਲੋਂ ਕਿ ਤੁਹਾਨੂੰ ਜਿਹੜੀ ਆ ਤੁਸੀਂ ਦਾਅਵੇਦਾਰੀ ਆਪਣੀ ਕਪੂਰਥਲਾ ਤੋਂ ਕੀਤੀ ਆ? ਜੇ ਹਰੀ ਝੰਡੀ ਨਾ ਮਿਲੀ ਹੋਵੇ ਤਾਂ ਮੈਂ ਫਿਰ ਪ੍ਰੈਸ ਕਾਨਫਰੰਸ ਕਰਾਂ। ਤਾਂ ਕਈ ਸਵਾਲ ਹੁੰਦੇ ਆ ਕੁਆਇਟ ਆਬਵੀਅਸ, ਉਹ ਪਤਾ ਹੀ ਹੁੰਦੇ ਆ ਜਵਾਬ। ਪਰ ਤੁਸੀਂ ਮੇਰੇ ਭਰਾਓ ਪ੍ਰੈਸ ਵਾਲੇ, ਮੈਂ 2017 ਚ ਆਮ ਆਦਮੀ ਪਾਰਟੀ ਤੋਂ ਜਲੰਧਰ ਕੈਂਟ ਤੋਂ ਇਲੈਕਸ਼ਨ ਲੜਿਆ ਸੀ। ਸਰ ਪਰਮਜੀਤ ਸਿੰਘ ਐਡਵੋਕੇਟ ਕਹਿ ਰਿਹਾ ਵਾ ਕਿ ਬਾਹਰੀ ਉਮੀਦਵਾਰ ਜਿਹੜਾ ਵਾ ਉਹ ਇੱਥੇ ਬਰਦਾਸ਼ਤ ਨਹੀਂ ਕੀਤਾ ਜਾਊਗਾ। ਅਸੀਂ ਪਿਛਲੇ ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਕਰਦੇ ਆ ਰਹੇ। ਕੀ ਕਹੋ? ਇਸ ਗੱਲ 'ਚ ਮੈਂ ਪਰਮਜੀਤ ਭਾਜੀ ਦੇ ਨਾਲ ਆ ਕਿ ਬਾਹਰੀ ਉਮੀਦਵਾਰ ਨਹੀਂ ਆਉਣਾ ਚਾਹੀਦਾ। ਬਾਕੀ ਜੇ ਪਾਰਟੀ ਕਵੇ ਆ ਜਾਵੇ, ਆ ਵੀ ਜਾਵੇ। ਬਾਹਰੀ ਉਮੀਦਵਾਰ ਕੌਣ ਹੈ? ਕਿਹਦੀ ਬਾਹਰੀ ਉਮੀਦਵਾਰ? ਉਹ ਕਿਹਨੂੰ ਪ੍ਰੀਟੈਂਡ ਕਰ ਰਿਹਾ? ਪੁੱਛੋ ਬਾਹਰੀ। ਮੈਂ ਜੇ ਮੇਰੇ ਬਾਰੇ ਕੋਈ ਬਾਹਰੀ ਸੋਚਦਾ, ਮੈਂ ਬਾਹਰੀ, ਚਲੋ ਮੈਂ ਉਹਦੇ ਨਾਲ ਇਸ ਗੱਲ 'ਚ। ਵੈਸੇ ਜੇ ਉਹ ਮੇਰੇ ਬਾਰੇ ਸੋਚਦਾ ਬਾਹਰੀ,
ਤੇ ਮੈਂ ਭਾਜੀ ਨੂੰ ਦੱਸ ਦੇਣਾ ਚਾਹੁੰਦਾ, ਮੈਂ ਜੰਮਿਆ ਇੱਥੇ ਕ੍ਰਾਈਸਟ ਕਿੰਗ ਕਨਵੈਂਟ ਸਕੂਲ ਦੇ ਵਿੱਚ ਮੈਂ ਪੜ੍ਹਿਆ, ਵਿਆਹ ਮੇਰਾ ਇੱਥੇ ਹੋਇਆ, ਮਿਲਨ ਪੈਲੇਸ 'ਚ ਹੋਇਆ, ਕਪੂਰਥਲੇ ਦੇ ਬੇਸਡ ਫੈਮਿਲੀ, ਕਪੂਰਥਲੇ ਦੀ ਕੁੜੀ ਨਾਲ ਹੋਇਆ। +1 +2 ਮੈਂ ਇੱਥੇ ਕੀਤੀ, DAV ਕਾਲਜ ਕੀਤੀ, ਡੇਲੀ ਅਪ ਡਾਊਨ BA ਤੱਕ ਮੈਂ ਡੇਲੀ ਅਪ ਡਾਊਨ ਇੱਥੇ ਕਰਦਾ ਰਿਹਾ। ਪਹਿਲਾ ਬਿਜ਼ਨਸ ਮੇਰੀ ਲਾਈਫ ਦਾ TS ਵਾਲੀਆ ਮੋਟਰਸ, ਤਰਲੋਚਨ ਸਿੰਘ ਵਾਲੀਆ ਮੇਰੇ ਫਾਦਰ ਦਾ ਨਾਮ ਸੀ, ਉਹਨਾਂ ਦੇ ਨਾਮ ਤੇ TS ਵਾਲੀਆ ਮੋਟਰ ਗੈਰੇਜ ਕਪੂਰਥਲਾ ਜਲੰਧਰ ਰੋਡ ਤੇ। ਅੱਜ ਵੀ ਬਿਜ਼ਨਸ ਮੇਰਾ ਚੱਲ ਰਿਹਾ। ਬਿਜ਼ਨਸ ਮੇਰਾ ਇੱਥੇ, ਜੰਮਿਆ ਮੈਂ ਇੱਥੇ, ਪੜ੍ਹਿਆ ਮੈਂ ਇੱਥੇ, ਸਕੂਲਿੰਗ ਇੱਥੇ, ਖੇਡਿਆ ਇੱਥੇ। ਬਾਹਰਲੇ ਕੈਂਡੀਡੇਟ ਕਿਹਦੀ ਗੱਲ ਕਰਦੇ ਹੋ? ਜੇ ਕੋਈ ਬਾਹਰਲਾ ਕੈਂਡੀਡੇਟ ਆਊਗਾ ਬੈਠ ਕੇ ਵਿਚਾਰ ਕਰਾਂਗੇ, ਫਿਲਹਾਲ ਕੋਈ ਬਾਹਰਲਾ ਕੈਂਡੀਡੇਟ ਨਹੀਂ। ਪਰ ਸਰ ਤੁਹਾਨੂੰ ਕਹਿ ਰਹੇ ਨਾ, ਕਹਿੰਦੇ ਕਦੀ ਵੀ ਜਾਣੀ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਪੂਰਥਲੇ ਦੇ ਵਿੱਚ ਸੇਵਾ ਨਹੀਂ ਨਿਭਾਈ, ਹੁਣ ਥੋੜਾ ਸਮਾਂ ਰਹਿ ਗਿਆ। ਮੇਰੇ ਚਾਚਾ ਜੀ ਨੇ 50 ਸਾਲ ਸੇਵਾ ਕੀਤੀ ਹੈ, ਮੇਰੇ ਫਾਦਰ ਆ, ਮੇਰੇ ਚਾਚਾ ਜੀ ਮੇਰੇ ਫਾਦਰ ਸਮਾਨ ਆ। ਮੈਂ 10ਵੀਂ 'ਚ ਸੀਗਾ 16 ਸਾਲ ਦਾ ਜਦੋਂ ਮੇਰੇ ਫਾਦਰ, ਵੈਨ ਮਾਈ ਫਾਦਰ ਪਾਸਡ ਅਵੇ। ਇਹਨਾਂ ਨੇ ਆਪਣੇ ਪੁੱਤਾਂ ਵਾਂਗੂ ਮੈਨੂੰ ਪਿਆਰ ਕੀਤਾ, ਮੈਂ ਆਪਣੇ ਫਾਦਰ ਦੀ ਜਗ੍ਹਾ ਤੇ ਇਹਨਾਂ ਦੀ ਰਿਸਪੈਕਟ ਕੀਤੀ। ਆ ਮੇਰਾ ਭਰਾ ਪਿਛਲੇ 10 ਤੋਂ 15 ਸਾਲ ਹੋ ਗਏ ਅਕਾਲੀ ਦਲ ਦੀ ਸੇਵਾ ਕਰ ਰਹੇ। ਚਾਚੇ ਤਾਏ ਚਾਚੀ ਮੇਰੀ 2-3 ਵਾਰੀ ਕਾਉਂਸਲਰ ਹੈਗੀ, ਹਜੇ ਅਸੀਂ ਬਾਹਰ ਲਏ। ਜੱਦੀ ਜ਼ਮੀਨ ਮੇਰੀ ਇੱਥੇ, ਜੱਦੀ ਘਰ ਮੇਰਾ ਇੱਥੇ, ਮੇਰਾ ਬਿਜ਼ਨਸ ਇੱਥੇ, ਪੜ੍ਹਿਆ ਮੈਂ ਕ੍ਰਾਈਸਟ ਕਿੰਗ ਕਨਵੈਂਟ ਸਕੂਲ, +1 +2 ਮੈਂ ਇੱਥੇ। ਮਤਲਬ ਕਿਹਨੂੰ ਬਾਹਰਲਾ ਕਹਿ ਰਹੇ ਹੋ? ਕੋਈ ਬਾਹਰਲਾ ਹੈਗਾ ਆਪਣੇ ਜੋ? ਜੇ ਕੋਈ ਬਾਹਰਲਾ ਆਊਗਾ ਤਾਂ ਗੱਲ ਕਰਾਂਗੇ, ਫਿਲਹਾਲ ਬਾਹਰਲਾ ਕੋਈ ਨਹੀਂ। ਇਹ ਸਿੰਪਲ ਇੱਕ ਕੂੜ ਪ੍ਰਚਾਰ ਕੋਈ ਇਨਸਾਨ ਕਰ ਰਿਹਾ ਤੇ ਉਹਨੂੰ ਨਹੀਂ ਕਰਨਾ ਚਾਹੀਦਾ, ਉਹਨੂੰ ਨਹੀਂ ਕਰਨਾ ਚਾਹੀਦਾ। ਐਡੀ ਜੀ ਤੁਹਾਡੇ ਚਾਚਾ ਜੀ ਦਾ ਕੰਮ ਬੜਾ ਕਿਸੇ ਬਦਾ ਸਾਰੇ ਕੰਮ ਕਰਦੇ ਨੇ, ਸਾਰੇ ਸ਼ਹਿਰ ਨੂੰ ਬਣਾਉਂਦੇ। ਤੁਸੀਂ 27-28 ਦਿਨ ਤੋਂ ਇੱਥੇ ਐਕਟਿਵ ਹੋਏ ਔਰ ਇਸ ਵੇਲੇ ਤੁਹਾਡੇ ਵਾਸਤੇ ਫਸਟ ਜਿਹੜਾ ਹੈਗਾ ਆਪਸੀ ਧੜੇ ਦਾ ਮੁੱਦਾ ਵੀ ਹੈਗਾ, ਪਲੱਸ ਇਸ 27-28 ਦਿਨ ਤੋਂ ਬਾਅਦ 5 ਮਹੀਨੇ ਤੁਸੀਂ ਆਪਣੇ ਆਪ ਨੂੰ ਸਟ੍ਰੈਂਥਨ ਕਰ ਸਕਦੇ ਹੋ ਕਿ ਹਾਂ ਵੀ ਲਾਲਾ ਜੀ ਦਾ ਤੁਸੀਂ ਮੁਕਾਬਲਾ ਕਰੋ ਜਾਂ ਦੂਜੀ ਆਪੋਜੀਸ਼ਨ ਪਾਰਟੀਆਂ ਦਾ। ਇਸ ਤਰੀਕੇ ਨਾਲ ਇਹ ਤੁਹਾਡੀ ਉਹ ਤੁਸੀਂ ਹੁਣੇ ਕਿਹਾ ਤੁਹਾਡੇ ਚਾਚਾ ਜੀ ਦਾ ਕੰਮ ਬਹੁਤ ਐਪਰੀਸ਼ੀਏਬਲ ਆ, ਬਹੁਤ ਵਧੀਆ। ਜਿੱਦਾਂ ਦੀ ਕੋਕੋ ਉਦਾਂ ਦੇ ਬੱਚੇ। ਫਿਰ ਜੇ ਚਾਚਾ ਵਧੀਆ ਭਤੀਜਾ ਮਾੜਾ ਕਿਵੇਂ ਹੋ ਸਕਦਾ? ਕਈ ਟੈਨਿਓ ਮੰਨਦੇ ਹੋ? ਇਹ ਮੇਰੇ ਤੋਂ ਅੱਗੇ ਨਿਕਲ ਜਾਊਗਾ, ਚਿੰਤਾ ਨਾ ਕਰੋ। ਇਹ ਗੱਲ ਮੰਨਦੇ ਹੋ? ਜਿੱਦਾਂ ਮੈਂ ਹੁਣ ਵੀ ਬੜੀ ਮਿਹਨਤ ਕੀਤੀ ਆ, ਤੁਹਾਡੇ ਨਾਲ ਇੱਕ ਵਾਅਦਾ ਕਰਦਾ, ਅੱਜ ਮੇਰੀ ਪਹਿਲੀ ਪ੍ਰੈਸ ਕਾਨਫਰੰਸ ਆ, ਜੇ ਮੈਨੂੰ ਟਿਕਟ ਮਿਲ ਗਈ ਮੈਂ 10,000 ਪਲੱਸ ਤੇ ਜਿੱਤੂਗਾ ਇੱਥੇ। ਇਹ ਤੁਹਾਨੂੰ ਮੈਂ ਗਰੰਟੀ ਨਾਲ ਕਹਿੰਦਾ, 10,000 ਪਲੱਸ ਤੇ ਰਾਣਾ ਗੁਰਜੀਤ ਨੂੰ ਹਰਾਊਂਗਾ। ਔਰ ਦੂਜੀ ਗੱਲ, ਜਿੱਦਣ ਤੁਸੀਂ ਪ੍ਰੈਸ ਵਾਲਿਆਂ ਨੇ ਮੇਰੇ ਕੋਲ ਇੱਕ ਸ਼ਰਾਬ ਦੀ ਬੋਤਲ, ਇੱਕ ਪੁੜੀ ਵੀ ਵੰਡਦੇ ਦੇਖ ਲਿਆ, ਮੈਂ ਉਸੇ ਵੇਲੇ ਪੋਲਿਟਿਕਸ ਛੱਡ ਦੂੰਗਾ। ਨਾ ਸ਼ਰਾਬ ਨਸ਼ਾ ਵੰਡਣਾ, ਨਾ ਵੰਡਣ ਦੇਣਾ, ਉਦਾਂ ਹੀ ਜਿੱਤੂਗਾ ਵੀ 10,000। ਠੀਕ ਹੈ ਜੀ, ਫਿਨਿਸ਼। ਹਾਂਜੀ ਆਪਣੀ ਜਥੇਬੰਦੀ ਦੇ ਦੋ ਪ੍ਰਧਾਨ ਨੇ ਜੋ ਮੌਜੂਦਾ ਸ਼ਹਿਰ 'ਚ ਕੰਮ ਕਰਦੇ ਆ, ਵਾਲੀਆ ਨੂੰ ਪਤਾ ਸੀ ਅੱਤੀ ਵੀ ਤੇ ਸ਼ਹਿਰੀ ਵੀ ਹਾਂਜੀ ਜੀਤ ਵਾਲੀਆ ਤੇ ਆਪਣੇ ਦੂਸਰੇ ਟਪਈ ਸਾਹਿਬ ਭਈ ਸਾਹਿਬ, ਇਹਨਾਂ ਨੂੰ ਕੋਈ ਦੇਸ਼ ਨਹੀਂ ਮਿਲਿਆ ਵੀ ਤੁਹਾਡੇ ਨਾਲ ਕਰੋ। ਨਹੀਂ ਮਿਲਿਆ ਹੋਣਾ। ਮੈਂ ਇਹਦੇ ਬਾਰੇ ਕੋਈ ਕਮੈਂਟ ਨਹੀਂ ਕਰ ਸਕਦਾ, ਇਹ ਉਹਨਾਂ ਨੂੰ ਦੇਖਣਾ ਜੀ। ਮੈਂ ਤਾਂ ਦੇਖੋ ਇਨ ਬਿਨ 100% ਆਪਣੇ ਪ੍ਰਧਾਨ ਦੇ ਕਹਿਣੇ 'ਚ ਆ। ਉਹਨਾਂ ਨੇ ਕਿਹਾ ਕਿ ਤੂੰ ਜਾ ਕੇ ਕਪੂਰਥਲੇ ਕੰਮ ਕਰ। ਮੈਂ ਅੱਗੋਂ ਇਹ ਨਹੀਂ ਸਵਾਲ ਪੁੱਛਿਆ ਕਿ ਤੁਸੀਂ ਟਿਕਟ ਦੇਣੀ ਕਿ ਨਹੀਂ ਦੇਣੀ। ਮੈਂ ਕਿਹਾ ਜੀ 7 ਬਚਨ ਕਰੂੰਗਾ। ਉਹ ਜਿੱਦਣ ਮੈਨੂੰ ਕਹਿ ਦੇਣਗੇ ਕਪੂਰਥਲੇ ਵਾਪਸ ਆ ਜਾ, ਮੈਂ ਚੱਲ ਜਾਣਾ। ਮੈਂ ਤਾਂ ਇਨ ਬਿਨ 100% ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਕਹਿਣੇ 'ਚ ਜੋ ਕਹਿਣਗੇ ਉਹੀ ਹੋਊਗਾ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।